ਆਈ ਗੁੱਡੀ ਵਾਂਗੂ ਅੱਜ ਮੈਨੂੰ ਸਜਣਾ ਉਡਾਈ ਜਾ ਟੇੜੇ अजहर जी उड़ना बंद करो, कुरान शुरू हो गया है। अच्छा जी, कर दे। अच्छा जी। बिस्मिल्लाहिर्रहमानिर्रहीम, हमदुस रब्बे करीम की जो हर हम से बढ़कर हमद वाला है। अस्सलाम वालेकुम पाकिस्तान, और मैं हूँ शामिर के नाम, प्रोग्राम टाकरा विद शामिर के साथ। और मैं अजहर रंगीला। अजहर जी, आज हम जिस मौजू पे बात करने जा रहे हैं वो उसके दो एस्पेक्ट्स हैं जी। एक तो कभी किसी दौर में किसी वक्त वो इंतहाई खुशी का, भाईचारे का, मिलने मिलाने का और जश्न मनाने का एक समा वो हमें मिलता था उस इवेंट में, जिस इवेंट का हम जिक्र करने जा रहे हैं। जबकि बहुत ही अनफॉर्चुनेट ये हुआ कि अब वो एक मौत का खौफनाक तासुर देने लग गया और बड़ी उससे कीमती जानें ज़ाया होनी शुरू हो गई। मेरी मुराद है बसंत, आप उसके बारे में क्या कहते हैं? मैं की कहने जी, बसंत मैनू जितों तक याद है बचपन च असीं देखना कि लिमिटेड हुंदा सी, हैं जी। सादी डोर हुंदी सी, हैं जी। गुड़ियां भी बना ली दियां सी और लेके भी आई दी दुकान तो। चोरी भी करते सो? हाँ, चोरी। अच्छा, नहीं लुटते सो? लुटते तो टांगा लैके, हैं जी। ते गुड़ियां ਉਹ ਇੱਕ ਦੌਰ ਹੈਗਾ ਸੀ, ਉਹ ਸਾਦਗੀ ਦਾ ਦੌਰ ਸੀ। ਉਹ ਇਹ ਬਸੰਤ ਬਹਾਰ ਜਿਹੜਾ ਮੁਹੱਬਤ ਤੇ ਵਾਕਈ ਭਾਈਚਾਰੇ ਦਾ ਇੱਕ ਮੌਲ ਸੀ। ਮੈਂ ਉਹ ਦੇਖਿਆ ਨਾ ਜੋ ਸ਼ਾਜੀ ਕਿ ਉਹ ਜਿਹੜਾ ਵਕਤ ਦੇ ਨਾਲ ਨਾਲ ਮਤਲਬ ਬਸੰਤ ਮਨਾਉਣ ਵਾਸਤੇ ਲੋਕੀ ਅਮਰੀਕਾ ਤੋਂ ਵੀ ਪਾਕਿਸਤਾਨ ਆ ਰਹੇ ਨੇ, ਬਸੰਤ ਮਨਾਉਣ ਵਾਸਤੇ ਕਰਾਚੀ ਤੋਂ ਲਾਹੌਰ ਆ ਰਹੇ ਨੇ, ਕੁਵੇਟਾ ਤੋਂ ਆ ਗਏ ਨੇ। ਮਤਲਬ ਇੰਜ ਇੱਕ ਮਾਹੌਲ ਗਰਮ ਲਾਹੌਰ ਜਿਹੜਾ ਇੱਕ ਹੱਬ ਸੀ, ਹਰ ਦੁਨੀਆ ਸਾਰੀ ਲਾਹੌਰ ਆ। ਹਾਂ ਜੀ, ਉਹ ਤਾਂ ਗੱਲ ਵਾਕਈ ਉਹ ਸੀ ਕਿ ਜਿਹਨੇ ਲਾਹੌਰ ਨੂੰ ਇੱਕ ਜੰਮਿਆ ਨਹੀਂ, ਕਿ ਲਾਹੌਰ ਦਾ ਇੱਕ ਇਹ ਜਿਹੜਾ ਰੰਗ ਸੀ ਬਸੰਤ ਦਾ, ਉਹ ਰਾਤ ਨੂੰ ਜਿਹੜਾ ਜਾਗਦਾ ਹੁੰਦਾ ਸੀ ਜੀ, ਕਿ ਗੁੱਡੀਆਂ ਉੱਡ ਰਹੀਆਂ, ਥੱਲੇ ਲਾਈਟਾਂ ਲਾਈਆਂ ਹੋਈਆਂ ਨੇ, ਡੈਕ ਲੱਗੇ ਹੋਏ ਨੇ, ਹੈ ਜੀ, ਖਾਣੇ ਪੱਕ ਰਹੇ ਨੇ, ਡਾਂਸ ਹੋ ਰਿਹਾ, ਨਾਚ ਗਾਣਾ ਹੋ ਰਿਹਾ ਜੀ, ਬਾਰਬੀਕਿਊ ਲੱਗੇ ਨੇ। ਮੈਂ ਇਹੋ ਜਿਹੀਆਂ ਵੀ ਫੈਮਲੀਆਂ ਦੇਖੀਆਂ ਸ਼ਾਹ ਜੀ ਕਿ ਜਿਹੜੀਆਂ ਬਸੰਤ ਤੇ ਬੀਬੀਆਂ ਨਾ ਜੀ, ਸਾਡੀਆਂ ਧੀਆਂ ਭੈਣਾਂ, ਉਹ ਕੱਪੜੇ ਪਵਾਉਣੀਆਂ ਸੀ ਬੜੇ ਸ਼ੌਕ ਨਾਲ ਕਿ ਮੈਂ ਬਸੰਤ ਤੇ ਇਹ ਸੂਟ ਪਾਣਾ ਹੈ। ਉਹ ਡੋਰ ਦੇ ਪਿੰਨੇ ਫੜ ਕੇ ਖੜੀ ਹੁੰਦੀ ਸੀ ਭਰਾਵਾਂ ਨਾਲ। ਹਾਂ ਜੀ, ਉਹ ਨਾਲ ਬਿਲਕੁਲ ਬੜਾ ਅੱਛਾ। ਔਰ ਛੱਤਾਂ ਤੇ ਔਰ ਅੰਦਰੂਨ ਲਾਹੌਰ, ਹੈ ਜੀ, ਇਹ ਬਾਸ਼ੀ ਮਸਜਿਦ ਕੋਲ ਰੰਗ ਮਹਿਲ, ਉਹ ਤੇ ਗੜ ਸੀ, ਉਹ ਤੇ ਓਏ ਲਾਲ ਵੇਲੀ ਕੋਲ। ਮੈਂ ਕਹਿੰਦਾ ਕਿ ਮਜ਼ੇਦਾਰ ਮੋਚੀ ਹਸ਼ਰ ਹੋਇਆ। ਤੁਸੀਂ ਕਦੀ ਆਪ ਵੀ ਪਤੰਗਾਂ ਉਡਾਣੀ ਆਂਦੀ ਹੈ? ਹਾਂ ਜੀ, ਮੈਂ ਉਡਾਉਂਦਾ ਸੀ। ਉਹ ਭਲਾ ਕੀ ਹੁੰਦਾ ਸੀ, ਉਹ ਮੈਨੂੰ ਉਡਾਣੀ ਨਹੀਂ ਆਉਂਦੀ ਸੀ, ਮੈਂ ਤੁਰਕੀ ਮਾਰਦਾ ਨਾ ਸੀ। ਉਹ ਮੈਨੂੰ ਕਿਸੇ ਨੇ ਕਿਹਾ ਇਹਨੇ ਨਹੀਂ ਮਾਰੀ ਸੀ ਤੁਮਕੇ, ਡੋਰ ਟੁੱਟ ਜਾਂਦੀ। ਹਾਂ, ਡੋਰ ਟੁੱਟ ਜਾਂਦੀ। ਪਰ ਮੈਂ ਇੰਜ ਕਰਦੇ ਨਾਲ ਇਹ ਨਹੀਂ ਕਰਦੇ ਹੋ ਜਾਂਦਾ ਸੀ, ਮੇਰੇ ਆਵਾਜ਼ਾਂ ਨਿਕਲਦੀਆਂ ਸੀ। ਉਹ ਨਾਲ ਦਾ ਬੰਦਾ ਕਹਿੰਦਾ ਸੀ ਕਿ ਇਹ ਹੋ ਰਿਹਾ ਹੈ। ਮਤਲਬ ਇਹ ਬੜਾ ਖੂਬਸੂਰਤ ਤਿਉਹਾਰ ਸੀ ਤੇ ਇਹ ਤਿਉਹਾਰ ਵਿੱਚ ਸਾਦਗੀ ਨਾਲ ਹੀ ਇੱਕ ਦੂਜੇ ਨਾਲ ਮੁਕਾਬਲੇ। ਜਿਹੜਾ ਹੁਣ ਇਸ ਵੇਲੇ ਉਹਦਾ ਖੌਫਨਾਕ ਕਿਸਮ ਦਾ ਪਹਿਲੂ ਸਾਹਮਣੇ ਆ ਰਿਹਾ, ਉਹਦੀ ਬੇਸਿਕ ਵਜ੍ਹਾ ਕੀ ਹੈ? ਉਹਦੀ ਬੇਸਿਕ ਵਜ੍ਹਾ ਸ਼ਾਜੀ ਇਹ ਵੇ ਕਿ ਲੋਕਾਂ 'ਚ ਨਾ ਰਿਵੈਂਜ ਆ ਗਿਆ ਹੈ। ਲੋਕ ਬਦਲੇ ਦੀ ਅੱਗ 'ਚ ਫਿਰਦੇ ਪਏ ਨੇ, ਦਿਖਾਵੇ ਦੀ, ਕਿ ਜੀ ਉਹਨੇ ਜੀ ਸਾਡਾ ਘਰ ਵੀ ਸਭ ਤੋਂ ਉੱਚੀ ਛੱਤ ਸਾਡੀ ਹੈ ਜੀ, ਔਰ ਸਾਡੀ ਡੋਰ ਐਸੋ ਜੀ ਲਵਾਵਾਂਗੇ, ਵੇਖਾਂਗੇ ਕੌਣ ਸਾਡੇ ਅੱਗੇ ਖਲੋਂਦਾ ਹੈ। ਇਹ ਜਿਹੜੀ ਗੱਲ ਤੁਸੀਂ ਕੀਤੀ ਹੈ, ਡੋਰ ਇਹੋ ਜੀ ਲਵਾਵਾਂਗੇ, ਉੱਥੇ ਆ ਕੇ ਕੈਮੀਕਲ ਦਾ ਇਸਤੇਮਾਲ ਸ਼ੁਰੂ ਹੋਇਆ। ਉਸ ਕੈਮੀਕਲ ਨੇ ਆ ਕੇ ਜਿਹੜਾ ਨਾ ਉਹ ਲੋਕਾਂ ਦੇ ਗਲੇ ਕੱਟਣਾ ਸ਼ੁਰੂ ਹੋਇਆ, ਜਿਹੜਾ ਕਿ ਇਹ ਪਹਿਲੇ ਕੈਮੀਕਲ ਇਸਤੇਮਾਲ ਨਹੀਂ ਹੁੰਦਾ। ਅੱਛਾ, ਦੂਸਰਾ ਇਹ ਵੇ ਕਿ ਵੀ ਜਿਹੜਾ ਇਹ ਰਿਵੈਂਜ ਤੁਸੀਂ ਕਹਿ ਰਹੇ ਹੋ, ਉਹ ਕੁਝ ਇਲਾਕਿਆਂ 'ਚ ਜ਼ਰੂਰ ਆਇਆ ਸੀ, ਲੇਕਿਨ ਉਸ ਤੋਂ ਜ਼ਿਆਦਾ ਇਹ ਖੌਫਨਾਕ ਹੋਇਆ ਜਦੋਂ ਇਹ ਮੋਟਰਸਾਈਕਲ ਤੇ ਖਾਸ ਤੌਰ ਤੇ ਜਿਹੜੇ ਲੋਕ ਜਾ ਰਹੇ ਹੁੰਦੇ ਸਨ, ਉਹ ਕਈ ਲੋਕਾਂ ਦੇ ਮਤਲਬ ਕਾਰ ਹੀ ਉਜੜ ਗਿਆ ਨਾ ਵਿਚਾਰੇ, ਗਲੇ ਤੇ ਫਿਰਦੀ ਹੈ ਡੋਰ, ਉਹ ਗਲਾ ਕੱਟ ਕੇ ਰੱਖ ਦਿੰਦੀ। ਕੀ ਜ਼ਾਹਿਰ ਹੈ ਉਹ ਡੋਰ ਕੈਮੀਕਲ ਆ ਗਈ, ਉਹ ਜਦੋਂ ਗੁੱਡੀ ਕੱਟੀ ਜਾਏਗੀ ਤਾਂ ਉਹ ਮਤਲਬ ਉੱਥੋਂ ਥੋੜੇ ਡੋਰ ਤੋਂ ਨਹੀਂ ਕੱਟੀ ਜਾਏਗੀ, ਉਹ ਹੱਥਾਂ 'ਚੋਂ ਕੱਟੀ ਗਈ ਹੈ, ਉਹ ਉੱਥੋਂ ਕਰਕੇ ਕੱਟੀ ਗਈ ਹੈ। ਉਹ ਲੰਮੀ ਡੋਰ ਲੈ ਕੇ ਗੁੱਡਾ ਜਾ ਰਿਹਾ ਹੈ, तो जिथों लंघिया तो गुड्डा ते हवा दे जोर ते आ। मैं ते जेड़े वाकयात जेड़े देखे ने, जिन्ने भी सुने ने देखे ने, खुदा की कसम मज़र जी, मुझे तो इससे पतंगबाजी से खौफ आना शुरू हो गया। ओए होए, इसका ये खौफनाक पहलू सामने आया कि मुझे अब इससे नफरत शुरू हो गई। मैं कभी खुद जाया करता था अंदरून लाहौर में, हमें हमारे दोस्त इनवाइट किया करते थे, वहाँ जो माहौल होता था वो खुदा की कसम भूल नहीं सकते। अच्छा, एक और मैं आपको वजह बता दूं, जो अंदरून लाहौर है ना, वॉल्ड सिटी जिसको कहते हैं, लोहारी, भाटी, शहालवी,
اس میں ایک سیفٹی تھی، وہ اس کی وجہ سننے کی آتی، آپ بھی گئے ہوں جی، اس میں ہے گلیاں بہت تنگ چھوٹی چھوٹی اور گھر ہیں بہت زیادہ، کوئی 3 منزلے 4 منزلہ گھر ہے، اس میں جو ڈور اگر کٹتی تھی تو وہ نیچے گلی میں جانے والے کو نقصان نہیں پہنچاتی، یہ میری آبزرویشن ہے، چونکہ وہ گلی بہت تنگ ہوتی تھی اور نیچے تک ڈور پہنچ نہیں پاتی تھی، گھر بہت اونچے ہوتے تھے تو اوپر سے گزر جاتی تھی کٹی ہوئی پتنگ، تو وہ جو موٹر سائیکل پہ جا رہے ہیں ان کے گلے نہیں کاٹتی، اندرون تک تو یہ بات سیکیور تھی۔ اب جب وہاں سے نکل کے یہ آ گئی دوسرے علاقوں میں، جیسے کہ زیادہ تر علامہ اقبال ٹاؤن لاہور میں اور ماڈل ٹاؤن اور گارڈن ٹاؤن اور وہاں سڑکیں کھلی تھی، تو وہاں پہ جب وہ پتنگ کٹتی تھی وہ پھر راستے میں جاتے ہوئے لوگوں کے گلے وہ ڈور نے پھر جتنے لنگی تباہی پھیلائی۔ تو اب جو کچھ لوگ جو شور مچا رہے ہیں کہ جی ہمارا روزگار بند ہو گیا اور یہ ایک بہت بڑا ایونٹ بند ہو گیا، تو اس میں ان لوگوں سے ریکویسٹ کروں گا کہ بھائی جو تہوار ہوتا ہے یا روزگار ہوتا ہے وہ کسی کی جان کی سٹیک کے اوپر نہیں ہوتا، کسی کو مار کے اگر آپ روزگار کما رہے ہیں تو آپ حرام کما رہے ہیں اور قاتلوں میں شمار ہوں گے آپ، تو وہ روزگار مت بنائے جس سے کسی کا گلا کٹ رہا ہے، جس سے کسی کا گھر اجڑ رہا ہے، وہ نہیں ہے روزگار۔ روزگار کے لیے ایسے ماحول ہونا، ایسا اس کا انسانیت کے لیے فائدہ مند ہونا بہت ضروری ہے، یہ بات ذہن میں رکھیں۔ بالکل، اس کاروبار کا کی کرنا ہے جڑا کسی کو دکھ دے کے تے سانو منافع ملے ہے جی۔ میں بے شمار ایسے لوگ دیکھ رہا ہاں کہ اسی کچھ اور بھی کر سکنے ہیں ہے جی، یہ بھی تے کم ہی سی تے جے کچھ اور کریں گے تو وہ بھی کم اللہ بہتر کر دے گا، جدوں بندہ اللہ توکل ہوئے گا تے شاہ صاحب رب بڑے سونے رب بنا دے گا۔ ہاں، نیت صحیح ہونی چاہیے۔ ہاں جی۔ اچھا یہ بتائیں کہ یہ جو اب اس وقت صورتحال ہے، اب گورنمنٹ نے بڑی پابندی بھی لگائی، پرچے بھی ہو رہے ہیں، مقدمے بھی ہو رہے ہیں، لوگوں کو پکڑا بھی جا رہا ہے جی۔ موجودہ صورتحال میں ابھی ایک بہت دل خراش واقعہ ہوا ہے، بہت سارے ہوئے، ہمیں بھول جاتے ہیں۔ پچھلے سال میں نے سنا کوئی باپ جا رہا تھا، بیٹی ساتھ جا رہی، بیٹی کا گلا کٹ گیا، کسی بچے کا گلا کٹ گیا، بھائی کا کٹ گیا، گھر اجڑ گئے۔ اب جو لیٹسٹ ایک بہت ہی دل خراش واقعہ جس کی ویڈیو بڑی وائرل ہوئی ہے فیصلہ آباد میں جو ہوا ہے، کہ وہ بندے کی جو ہے نا روح کانپ جاتی ہے جب اس کو دیکھتے ہیں کہ وہ کیسے گرا ہے بیچارہ، 22 سال کا جوان ہے، اس کی شادی ہونے والی تھی شادی، اور مینوں یہ بھی پتہ لگیا کہ والدہ کا بھی انتقال ہو گیا، اس بچے دی ڈیتھ دی وجہ سے وہ برداشت نہیں کر پائے، کیونکہ انہوں نے گھر جہی خوشی آ رہی سی وہ صفے ماتم بچ گیا جی، جوان بیٹے ٹھیک ہے کی لاش۔ شاہ جی یہ بہت بڑا واقعہ ہے، اور یہ واقعہ سانو اس لیے محسوس پتا کیوں ہوا ہے، یہ فلسطین جو سارے مسلمانوں نال ہو رہا ہے، سارے انہاں بھائیاں نال بچیاں نال، وہ دکھ سارے وچ سی، اسی وہ خون بھی ویکھ رہے ساں، وہ زیادتی بھی ویکھ رہے ساں، وہ سارے سامنے آئی، تو ساڈا میری اپنی جڑی فیلنگ کہ یار میری وجہ تو اس بندے نو دکھ ہوئے، تکلیف ہوئے، تو میں کادا بندے دا پتر ہاں، کادا بندے ہے جی، کہ وہ گڈی اڑان والے نے چھٹی منانا، تیری چھوٹی جی جڑی خواہش ہے، چھوٹی جی تیری انجوائمنٹ ہے، اودے واسطے تو ایک جان لے لی۔ اچھا میں ایک اور گل تے غور کر رہا سا کہ جڑی میں گل کر رہا سا کہ جو ہمارے انتظامیہ ہے، گورنمنٹ ہے، حکومتیں ہیں، ہمارے پاکستان میں جو ایک عجیب سا ٹرینڈ ہے، ٹرینڈ کہوں گا میں اس کو، جب کوئی واقعہ ہو جاتا ہے دل خراش، جب کوئی پل گر جاتا ہے تو پھر ان کو یاد آتا ہے کہ یہاں تو نیا پل بنانا تھا، پہلے پل گرنے کا انتظار کرتے ہیں، جانیں ضائع ہوتی ہیں، کچھ گاڑیاں خدا نخواستہ گرتی ہیں، پھر یہ بھاگ پڑتے ہیں، پھر اس کے اوپر پل بننا شروع ہوتا ہے۔ جب کوئی واقعہ ہو جاتا ہے یاد آ جاتا ہے کہ جناب اب پکڑو، پرچے دو، مقدمے دو، بھائی پہلے ہی آپ اس کی احتیاطی تدابیر کیوں نہیں کرتے، پہلے ہی آپ اس واقعے کو ہونے سے ہی روکیں۔ اب میں نے سمندر کے واقعہ، اس سے ایک ریلیونٹ بات ہے کہ سمندر میں ابھی آپ کو یاد ہوگا پچھلے سال کو 20 کے قریب لوگ جو ہے ایک دم سے لہریں آئیں شدید قسم کے، ان کو بہا گئے۔ اب جہاں وہ کوسٹ گارڈ ہے، ان کی ڈیوٹی ہے کہ وہ کسی کو جانے نہ دیں بھائی، تو وہاں وہ کھڑے رہیں اور لوگوں کو آگے، چونکہ لوگ جب انجوائے کرنے جاتے ہیں تو کچھ لوگ ان میں پاگل پن کا مظاہرہ کرتے ہیں، وہ آگے چلتے جاتے، تو بھائی آپ ان کو پہلے ہی روکیں۔ جب وہ واقعہ ہو گیا تو ان کو یاد آ گیا کہ وہ کوسٹ گارڈ کے طرح ان کو وہاں تعینات کیا جائے۔ بھی ایسا کیوں ہے؟ آپ کسی واقعے کا اندازہ پہلے کیوں نہیں لگاتے کہ یار اس کے یہ خوفناک نتائج ہیں، ہمیں پہلے سے روک تھام کرنی چاہیے؟ مگر شاہ جی گل ہے کہ جس جگہ تے کرپشن آندی نا اوتھے پھر برکت نہیں رہندی جی۔ ہن وہ سمندر دے کنارے میں ایسے بھی لوگ دیکھے تفریح مقام تے، چلو جی سمندر نوں ہٹ چھڈو پرا، تفریح مقام تے کوئی چلی ہے نا پارٹی ساڈی، کوئی فیملی چلی گئی ہے کسی تہوار تے گھومن پھرن واسطے، تو اوتھے جہاں کوئی سیکورٹی گارڈ ہوندا نا، وہ ایک بندہ بڑا ہوں وہ مزن کو جا کہندا ہے اے تینوں خرچہ پانی مل جائے گا، کوئی گل نہیں، میرا بچے کھیڈ کود رہے ہیں، انہوں کھیڈ کود لیندے،
ਅੱਛਾ ਕੋਈ ਗੱਲ ਨਹੀਂ ਜੀ, ਅਸੀਂ ਧਿਆਨ ਰੱਖਿਆ ਹੋਇਆ, ਕੋਈ ਨਹੀਂ। ਆਪ ਜਾਓ ਜੀ ਜਾਓ ਫਿਰ ਹੈ ਉਹੀ ਫਿਰਦਿਆਂ ਸ਼ੇਰ ਦੇ ਪਿੰਜਰੇ ਕੋਲ ਨੂੰ ਚਲੇ ਜਾਂਦੇ ਨੇ, चले जाते हैं वो ਬੇਸ਼ੁਮਾਰ ਵਾਕਿਆ ਨੇ। वो ऐसा है जी? वाकया कि एक बच्चे को बाप जो है, मैं सुनाते हुए मैं कांप रहा हूँ। ये कुछ साल पहले का वाकया जी, जू जी। में एक बच्चा जो था बाप की गोद में, तो बाप उसको रीछ के सामने ऐसे ऐसे उछाल रहा है। हाँ तो उसने क्या किया, पहले वो आराम से बैठा, जानवर है ना, हाँ और उसने एकदम से उसको पंजा मारा है हाँ। और बच्चे को छीना है। इससे बच्चे को अपनी तरफ छीना है, उसने अपनी तरफ छीना है। अब मैं उसके बाद का मंजर नहीं आपको। अल्लाह अल्लाह। तो सो इस हद तक लोग चले जाते हैं। मैं हैरान हूँ, इन लोगों को समझाने वाला कोई नहीं है। तो कम से कम गवर्नमेंट को चाहिए कि ऐसी जगहों के ऊपर सिक्योरिटी तैनात करे। अच्छा, अगली बात जो मैं करना चाह रहा था वो ये है कि सिर्फ गवर्नमेंट का ही फर्ज नहीं है, जी जी ये हम सब लोगों का फर्ज है, हम अवाम का भी फर्ज है। अब देखें, अब अगर लाहौर की आबादी अजहर जी इस वक्त कम से कम 1.5 करोड़ के अराउंड है, एक तो ज़्यादा ही होएगी। ज़्यादा ही हाँ जी। कराची इससे भी ज़्यादा। हाँ इसी तरह फैसलाबाद, बिग सिटी, पिंडी। अब इस इतने बड़े शहर में आप पूरे हर गली, हर मोहल्ले, हर इलाके में आप पुलिस डिप्यूट नहीं कर सकते, बिल्कुल सही। पॉसिबल ही नहीं है। उसका हल क्या है? उसका हल ये है कि अभी मैंने एक वीडियो देखी, वो एक जेस्चर था, ये समझे कि एक उससे आपको क्लू मिला कि एक 3-4 बच्चे पतंगे लेके जा रहे थे। जी जी। तो एक लड़का जरा जो समझदार सा था, अभी इस वाकये के बाद फैसलाबाद अच्छा, हाँ जी। उसने एक डंडा सा पकड़ा और 3-4 उनको लगे कि फेंको इनको, और उसने उनको फाड़ दिया, वाह, यानी उसकी वाह, पतंग ही उसने फाड़ दी। वाह वाह। सो हमें ये करना पड़ेगा कि अगर हमारे हमसाये में कोई पतंग उड़ा रहा है, ये लेके आया है, तो हम पहले सरब करें उसको। ਸ਼ਾਹ ਜੀ ਤੁਹਾਡੀ ਗੱਲ ਵੱਡੀ ਹੋਵੇ ਕਿ ਉਹ ਜਿਹੜਾ ਇੱਕ ਦੌਰ ਸੀ ਨਾ, ਤੁਹਾਡੇ ਇਸ ਵੀਡੀਓ ਦੇ ਜ਼ਿਕਰ ਤੋਂ ਮੈਨੂੰ ਉਹ ਯਾਦ ਆ ਗਿਆ ਪੁਰਾਣਾ, ਕਿ ਅਸੀਂ ਛੋਟੇ ਹੁੰਦੇ ਸਾਂ ਤੇ ਗਲਤ ਕੰਮ ਕੋ ਕਰਨਾ ਤੇ ਮੱਲੇ ਦਾ ਹਰ ਬੰਦਾ ਸਾਡਾ ਮਾਮਾ, ਚਾਚਾ, ਬਾਬਾ ਹੁੰਦਾ, ਉਹਨੇ ਦਬਕਾ ਮਾਰਨਾ ਤੇ ਅਸੀਂ ਭੱਜ ਜਾਣਾ। बिल्कुल ऐसा, ठीक है जी। बिल्कुल ऐसा। आज जो दौर आ गया है कि तू कौन है मेरे बाल में कुछ कहने वाला, हाँ। ठीक है जी, इस गल तो निकलना पेगा, हाँ। सानू असल च ही रहना पेगा। ये ਜਿਹੜੇ ਸਾਡੇ ਮੱਲੇ ਨੇ, ਗਲੀਆਂ ਨੇ, ਘਰ ਨੇ, ਇਹਨਾਂ ਸਾਰਿਆਂ ਨੂੰ ਇੱਕ ਦੂਜੇ ਨੂੰ ਅਹਿਮੀਅਤ ਦੇਣੀ ਪੈਗੀ। ਦੂਜੇ ਦੇ ਬੱਚੇ ਨੂੰ ਆਪਣਾ ਬੱਚਾ ਸਮਝ ਕੇ ਤੋਂ ਉਹਦੇ ਨਾਲ ਉਹ ਗੱਲ ਕਰੋ ਜਿਹੜੀ ਆਪਣੇ ਬੱਚੇ ਨਾਲ अपने ਕਰਦੇ ਹੋ। बच्चे लगा। ਅੱਛੀ ਤਰਬੀਅਤ ਕਰੋ, ਬੱਚੇ ਨੂੰ ਬਾਹਰ ਨਿਕਲਦਿਆਂ ਦੱਸੋ ਕਿ ਪੁੱਤਰ ਸੜਕ ਕਿਵੇਂ ਪਾਰ ਕਰਨੀ ਹੈ, ਕੋਈ ਵੱਡਾ ਛੋਟਾ ਖਲੋਤਾ ਹੋਵੇ ਤਾਂ ਉਹਨੂੰ ਸਲਾਮ ਵੀ ਲੈਣਾ ਹੈ ਪੁੱਤਰ। ਹੁਣ ਇਹਨਾਂ ਚੀਜ਼ਾਂ ਦੀ ਜਦੋਂ ਅਸੀਂ ਥੋੜੀ ਜੀ ਆਪਣਾ ਹੱਕ ਅਦਾ ਕਰਾਂ, ਮੈਂ ਇਹ ਪਿਛਲੇ ਪ੍ਰੋਗਰਾਮ ਵਿੱਚ ਗੱਲ ਕੀਤੀ ਸੀ ਕਿ ਜਿਹੜੇ ਲੋਕ ਬਾਹਰ ਕਮਾਉਣ ਚਲੇ ਜਾਂਦੇ ਨੇ, ਹੈ ਜੀ, ਤੇ ਉਹ ਪਿੱਛੇ ਔਲਾਦਾਂ ਦਾ ਕੀ ਹਾਲ ਹੁੰਦਾ ਹੈ। हाँ, ਠੀਕ ਹੈ, ਤੁਸੀਂ ਵੀ ਡਰਾਮਾ ਕਰਕੇ ਆਏ ਹੋ, ਜੀ, ਜੀ। ਅੱਲਾਹ ਪਾਕ ਨੇ ਬੜਾ ਬਿਹਤਰੀਨ ਉਹ ਬੜਾ ਰਿਜ਼ਲਟ ਅੱਛਾ, ਦਿੱਤਾ ਬੜਾ ਤੁਹਾਨੂੰ। ਅੱਛਾ। ਗੱਲ ਇਹ ਹੈ ਕਿ ਅੱਛੀ ਗੱਲ ਕਰਨੀ ਚਾਹੀਦੀ ਹੈ, ਅੱਛਾ ਮੈਸੇਜ ਛੱਡਣਾ ਚਾਹੀਦਾ ਹੈ। जी, ਬੰਦਾ ਚੰਗਾ ਰਵੇ ਨਾ, ਪਰ ਉਹਦੀ ਗੱਲ ਚੰਗੀ ਰਹੇ। चंगी रह जाए। तो नाजरीन, इस बात को यहाँ पे ख़त्म करते हैं कि हमारे माशरे में असल में मेरा ज़ाती ख्याल ये है कि इलिटरेसी बहुत ज़्यादा है। इलिटरेसी इज़ द कॉज ऑफ द मोस्ट ऑफ द इवल्स। तो हमें ये सारी चीज़ों पे काबू पाने के लिए सबसे पहले तो वी हैव टू किल इलिटरेसी, जहालत को ख़त्म करना पड़ेगा। और साथ ही साथ जो हमारे ये फ़राइज़ हैं जो अज़हर रंगीला साहब ने बताए, वाजिबात हैं हमारे, अगर हम किसी के बच्चे को भी बुरा करता देखते हैं, अपना बच्चा समझ के उसको प्यार से समझाएं। और ये जो ख़ास तौर पे पतंगबाजी है, पतंगबाजी के ऊपर हम सबको एक्शन में आना पड़ेगा। हम सबको उसके लिए उसकी रोकथाम करनी पड़ेगी। हम में से जो भी किसी को देखे पतंग उड़ाते हुए, ज़रूरी नहीं कि आप डंडा ही मारे। तो मैंने एक ऐसे वीडियो की मिसाल दी कि वो एक खिलू था, आप उसको प्यार से समझाएं और उसकी पतंग पकड़ के फाड़ दें। मेरा नहीं ख्याल कि इन हालात में उसका कोई बड़ा भाई या वालिद आपके साथ आके लड़ाई करे। अगर कोई बच्चा अनजाने में, और अगर कोई दुकानदार ऐसा करता है तो वो क्राइम कर रहा है, उसको फौरन पुलिस को इतला दें और उसको पकड़वाएं। ये कोई ना तो किसी की जिसको कहते हैं कि ज्यादती है किसी के साथ, ये बल्कि आप अगर नहीं कहेंगे पुलिस को फिर ज्यादती है। तो इसको हमें रोकना होगा। हम सबको इसी तरह तमाम बुराइयों को मिलके इसी तरह मिलजुल के रोकना पड़ेगा, तो हम एक पुरसकून ज़िंदगी गुजार सकेंगे। थैंक यू वेरी मच, बहुत शुक्रिया। और प्रोग्राम को हम ख़त्म करते हैं, अगले प्रोग्राम में फिर मुलाकात होगी। बिल्कुल जी, प्रोग्राम का वेला मुक रहा है, सानू दियो इजाजत ते जाने पाकिस्तान जिंदाबाद।